ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣ ਦੀਆਂ ਖਬਰਾਂ ਤੇ। ਭਾਰਤੀਆਂ ਨੂੰ ਛੇਤੀ ਮਿਲੇਗਾ ਅਮਰੀਕਾ ਦਾ ਵੀਜ਼ਾ। ਵੀਜ਼ੇ ਵਿੱਚ ਤੇਜ਼ੀ ਨੂੰ ਲੈ ਕੇ ਆਉਣ ਦੀ ਆਈ ਜਾਣਕਾਰੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇੱਕ ਵਾਰ ਫਿਰ ਤੋਂ ਉੱਠੇ ਸਵਾਲ। ਵਿਰੋਧੀ ਲੀਡਰ ਦਾ ਆਇਆ ਇਸ ਨੂੰ ਲੈ ਕੇ ਬਿਆਨ। ਨਿੱਜੀ ਜਾਣਕਾਰੀ ਦੀ ਵਰਤੋਂ ਦੀ ਜਾਂਚ ਸ਼ੁਰੂ। ਚੈਟ GPT ਬਾਰੇ ਆਈ ਜਾਣਕਾਰੀ। ਕੈਨੇਡਾ ਵਾਲਿਆਂ ਦੇ ਸਿਰ ਵੱਧ ਕਰਜ਼ਾ। ਆਰਥਿਕਤਾ ਨੂੰ ਲੈ ਕੇ ਹੋ ਸਕਦਾ ਹੈ ਖਤਰਾ। ਕੈਨੇਡਾ ਤੇ ਸਾਊਦੀ ਅਰਬ ਹੋਏ ਰਾਜ਼ੀ। ਹੁਣ ਰਿਸ਼ਤੇ ਹੋਣਗੇ ਬਿਹਤਰ। ਵੀਜ਼ੇ ਦੇ ਨਾਲ ਜੁੜੀ ਹੋਈ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਭਾਰਤੀਆਂ ਨੂੰ ਜਲਦ ਵੀਜ਼ੇ ਮਿਲਣਗੇ। ਅਮਰੀਕਾ ਵਾਲੇ ਪਾਸੇ ਤੋਂ ਇਹ ਅਪਡੇਟ ਸਾਹਮਣੇ ਆ ਰਹੀ ਹੈ, ਜਿੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀਆਂ ਲਈ ਵੀਜ਼ੇ ਦੇ ਵਿੱਚ ਤੇਜ਼ੀ ਲਿਆਉਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਵੀ ਅਜਿਹੀ ਅਪਡੇਟ ਉਹਨਾਂ ਵੱਲੋਂ ਦਿੱਤੀ ਗਈ ਸੀ। ਤੇ ਚਾਹਵਾਨ ਭਾਰਤੀਆਂ ਵਾਸਤੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਹੁਣ ਤੇਜ਼ੀ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ। ਜੀ ਹਾਂ, ਇਸ ਬਾਰੇ ਅਮਰੀਕਾ ਦਾ ਕਹਿਣਾ ਹੈ ਕਿ ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨਾ ਉਹਨਾਂ ਦੀ ਪ੍ਰਮੁੱਖ ਤਰਜੀਹ ਹੈ ਤੇ ਭਾਰਤ ਵਿੱਚ ਉਹਨਾਂ ਦੀਆਂ ਕੌਂਸਲਰ ਟੀਮਾਂ ਵੀਜ਼ਾ ਪ੍ਰੋਸੈਸਿੰਗ ਤੇਜ਼ ਕਰਨ ਦੇ ਉੱਪਰ ਧਿਆਨ ਦੇ ਰਹੀਆਂ ਨੇ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਵੀਜ਼ੇ ਦੇ ਸੰਬੰਧ ਦੇ ਵਿੱਚ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਤੌਰ ਤੇ ਮੰਨਦੇ ਹਾਂ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਸਾਡੀਆਂ ਕੌਂਸਲਰ ਟੀਮਾਂ ਇਸ ਪ੍ਰੋਸੈਸਿੰਗ ਨੂੰ ਤੇਜ਼ ਕਰਨ ਵਾਸਤੇ ਮਿਹਨਤ ਕਰ ਰਹੀਆਂ ਨੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਸਾਡੀ ਸਰਕਾਰ ਵਾਸਤੇ ਇੱਕ ਪ੍ਰਮੁੱਖ ਤਰਜੀਹ ਹੈ ਤੇ ਮੈਂ ਜਾਣਦਾ ਹਾਂ ਕਿ ਦੇਸ਼ ਦੇ ਵਿੱਚ ਸਾਡੇ ਦੂਤ ਘਰ ਵਾਸਤੇ ਇੱਕ ਪ੍ਰਮੁੱਖ ਤਰਜੀਹ ਹੈ। ਦੱਸ ਦਈਏ ਕਿ ਅਧਿਕਾਰੀ ਨੂੰ ਵੀਜ਼ਾ ਦੇ ਸੰਬੰਧ ਦੇ ਵਿੱਚ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਅਮਰੀਕਾ ਵਾਲੇ ਪਾਸੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵੀਜ਼ਾ ਦੀ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਖਾਸ ਕਦਮ ਚੁੱਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਲਗਾਤਾਰ ਸਵਾਲ ਖੜੇ ਹੋ ਰਹੇ ਨੇ। ਪ੍ਰਧਾਨ ਮੰਤਰੀ ਟਰੂਡੋ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹਰ ਮੁੱਦੇ ਦੇ ਉੱਪਰ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਅਜਿਹਾ ਹੀ ਕੀਤਾ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ ਤੇ ਨਾਲ ਹੀ ਉਹਨਾਂ ਨੇ ਸੁਰੱਖਿਆ ਦੀ ਵੀ ਗੱਲ ਕੀਤੀ ਹੈ। ਕੇਅਰ ਪੋਲੀਏ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Work no longer pays. Housing costs have doubled. Crime and chaos, drugs and disorder reign in our streets. And Trudeau tries to divide in order to control. We see this in Toronto, where now costs over $1 million for a home. In fact, we just learned this week that it costs $1.2 million for a two-bedroom home in Kitchener. You can take that same money, move to Sweden, and buy a castle. You could have your own royal castle in Sweden for the same amount Justin Trudeau makes you pay for a two-bedroom home here in Canada. His gatekeepers block construction, and what does he do? He gives them yet more money to gatekeep and block our youth, our immigrants, and our working class from having homes. His carbon tax, scheduled to rise up to 61 cents a litre, will make gas, heat, and groceries unaffordable. His $500 billion of inflationary deficits have boosted the cost of the things we buy and the interest we pay. And his catch and release crime policies have turned our streets into war zones controlled by gangsters and gun smugglers. Enough. It's time for some common sense. Pierre Poilievre-led government will restore that common sense. We'll bring home lower prices by axing Trudeau's 61 cent a litre carbon tax and ending his inflationary deficits. We'll make work pay by lowering income taxes so people bring home more of each dollar they earn. We'll remove government gatekeepers so immigrants can work as doctors and nurses and houses can be built that people can afford. We'll sell off 6,000 federal government buildings to turn them into affordable housing for our people. ਕੈਨੇਡੀਅਨਸ ਦੇ ਸਿਰ ਕਾਫੀ ਜ਼ਿਆਦਾ ਕਰਜ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨਾ ਕਰਜ਼ਾ ਹੈ ਕਿ ਆਰਥਿਕਤਾ ਦੇ ਉੱਪਰ ਇਸ ਦਾ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਕਰਜ਼ੇ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਗਈ, ਜਿਸ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਕੈਨੇਡੀਅਨ ਪਰਿਵਾਰਾਂ ਦਾ ਕੁੱਲ ਕਰਜ਼ਾ ਦੇਸ਼ ਦੀ GDP ਨਾਲੋਂ ਵੀ ਵੱਧ ਹੈ। ਇਸ ਬਾਰੇ ਇੱਕ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਕੈਨੇਡੀਅਨ ਲੋਕਾਂ ਦੇ ਸਿਰ ਇਸ ਸਮੇਂ ਹੋਰ ਕਿਸੇ ਵੀ G7 ਦੇਸ਼ਾਂ ਦੇ ਲੋਕਾਂ ਨਾਲੋਂ ਵਧੇਰੇ ਕਰਜ਼ਾ ਹੈ ਤੇ ਜਿੰਨੇ ਕਰਜ਼ੇ ਦੇ ਕੈਨੇਡੀਅਨਸ ਦੇਣਦਾਰ ਹਨ, ਉਸ ਦੀ ਵੈਲਿਊ ਦੇਸ਼ ਦੀ GDP ਨਾਲੋਂ ਵੀ ਵੱਧ ਹੈ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਤਿਆਰ ਕੀਤੀ ਗਈ ਇੱਕ ਨਵੀਂ ਰਿਪੋਰਟ ਦੇ ਵਿੱਚ ਇਸ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਕਿ ਕੈਨੇਡੀਅਨ ਪਰਿਵਾਰਾਂ ਨੇ ਜਿੰਨਾ ਕਰਜ਼ਾ ਚੁੱਕਿਆ ਹੋਇਆ ਹੈ ਉਸ ਨਾਲ ਕੈਨੇਡੀਅਨ ਅਰਥ ਵਿਵਸਥਾ ਵਾਸਤੇ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਪਰਿਵਾਰਾਂ ਦੀ ਦੇਣਦਾਰੀ ਦਾ ਪੱਧਰ G7 ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਹੈ, ਜਿਸ ਨਾਲ ਆਰਥਿਕਤਾ ਨੂੰ ਕਿਸੇ ਵੀ ਆਲਮੀ ਆਰਥਿਕ ਸੰਕਟ ਦੀ ਲਪੇਟ ਵਿੱਚ ਆਉਣ ਦਾ ਜ਼ੋਖਮ ਵੱਧ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਜਦੋਂ ਬਹੁਤ ਸਾਰੇ ਪਰਿਵਾਰ ਬੇਹੱਦ ਕਰਜ਼ਈ ਹੋਣ ਤਾਂ ਸਥਿਤੀ ਤੇਜ਼ੀ ਦੇ ਨਾਲ ਨਿੱਘਰ ਸਕਦੀ ਹੈ, ਜਿਸ ਤਰ੍ਹਾਂ ਸਾਲ 2007 ਤੋਂ ਸਾਲ 2008 ਦੌਰਾਨ ਅਮਰੀਕਾ ਵਿੱਚ ਹੋਇਆ ਸੀ। ਘਰੇਲੂ ਕਰਜ਼ ਅਤੇ ਕੈਨੇਡਾ ਦੀ GDP ਦਾ ਅਨੁਪਾਤ ਇਸ ਸਮੇਂ 107% ਹੋ ਗਿਆ ਹੈ। ਐਲਡ ਮੁਤਾਬਕ ਕਰਜ਼ੇ ਦੇ ਅਨੁਪਾਤ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਪਿਛਲੇ ਕੁਝ ਸਾਲਾਂ ਦੌਰਾਨ ਹੋਇਆ। ਸਾਲ 2008 ਤੱਕ ਹੀ ਕੈਨੇਡਾ ਵਿੱਚ ਘਰੇਲੂ ਕਰਜ਼ਾ GDP ਦਾ 80% ਸੀ, ਜੋ ਕਿ ਸਾਲ 2010 ਤੱਕ ਵੱਧ ਕੇ 95% ਤੱਕ ਪਹੁੰਚ ਗਿਆ ਤੇ ਪੈਂਡੈਮਿਕ ਦੌਰਾਨ 100% ਨੂੰ ਪਾਰ ਕਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉਲਟ ਸਾਲ 2008 ਵਿੱਚ ਅਮਰੀਕਾ ਅੰਦਰ ਘਰੇਲੂ ਕਰਜ਼ਾ GDP ਦਾ 100% ਸੀ, ਪਰ ਸਾਲ 2021 ਦੇ ਵਿੱਚ ਇਹ ਘਟ ਕੇ 75% ਤੇ ਆ ਗਿਆ। ਉਨ੍ਹਾਂ ਕਿਹਾ ਕਿ UK ਅਤੇ ਜਰਮਨੀ ਦੇ ਵਿੱਚ ਵੀ ਇਹ ਅਨੁਪਾਤ ਘਟ ਹੋਇਆ ਹੈ। ਕੈਨੇਡੀਅਨਸ ਦੁਆਰਾ ਆਪਣੇ ਕਰਜ਼ ਨੂੰ ਉਦੋਂ ਤੱਕ ਵਧਾਏ ਜਾਣ ਦੀ ਸੰਭਾਵਨਾ ਹੈ ਜਦੋਂ ਤੱਕ ਹਾਊਸਿੰਗ ਮਾਰਕੀਟ ਦੇ ਵਿੱਚ ਕਿਫਾਇਤੀਪਣ ਦਾ ਮੁੱਦਾ ਹੱਲ ਨਹੀਂ ਹੁੰਦਾ। ਦੱਸ ਦਈਏ ਕਿ ਪਿਛਲੇ ਹਫ਼ਤੇ ਬੈਂਕ ਆਫ ਕੈਨੇਡਾ ਨੇ ਆਗਾਹ ਕੀਤਾ ਸੀ ਕਿ ਮਾਰਗੇਜ ਲਾਗਤ ਦੇ ਵਿੱਚ ਆਉਂਦੀ ਤੇਜ਼ੀ ਆਉਣ ਵਾਲੇ ਸਾਲਾਂ ਦੇ ਵਿੱਚ ਆਰਥਿਕਤਾ ਵਾਸਤੇ ਇੱਕ ਵੱਡਾ ਖਤਰਾ ਬਣ ਸਕਦੀ ਹੈ। ਕੇਂਦਰੀ ਬੈਂਕ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਮਹਿੰਗਾਈ ਤੇ ਕਾਬੂ ਪਾਉਣ ਦੇ ਉਦੇਸ਼ ਦੇ ਨਾਲ ਵਿਆਜ ਦਰਾਂ ਦੇ ਵਿੱਚ ਤਾਬੜਤੋੜ ਤੇਜ਼ੀ ਲਿਆਂਦੀ ਸੀ। ਕੈਨੇਡਾ ਤੇ ਸਾਊਦੀ ਅਰਬ ਦਾ ਆਪਸ ਦੇ ਵਿੱਚ ਸਮਝੌਤਾ ਹੋਇਆ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਵੱਲੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਸਾਊਦੀ ਅਰਬ ਦੇ ਪਾਸਿਓਂ ਵੀ ਇਸ ਦੇ ਨਾਲ ਜੁੜਿਆ ਹੋਇਆ ਟਵੀਟ ਸਾਹਮਣੇ ਆਇਆ। ਪਹਿਲਾਂ ਦੋਹਾਂ ਦੇਸ਼ਾਂ ਵੱਲੋਂ ਆਪਸ ਦੇ ਵਿੱਚ ਨਾਤੇ ਤੋੜ ਦਿੱਤੇ ਗਏ ਸਨ, ਪਰ ਹੁਣ ਇੱਕ ਵਾਰ ਫਿਰ ਤੋਂ ਚੰਗੇ ਮਜ਼ਬੂਤ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਨੇਡਾ ਤੇ ਸਾਊਦੀ ਅਰਬ ਇੱਕ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਹਨ। ਕੈਨੇਡਾ ਤੇ ਸਾਊਦੀ ਅਰਬ ਕੂਟਨੀਤਿਕ ਸੰਬੰਧ ਬਹਾਲ ਕਰਨ ਵਾਸਤੇ ਹੁਣ ਰਾਜ਼ੀ ਹੋ ਗਏ ਨੇ। ਗਲੋਬਲ ਅਫੇਅਰਸ ਕੈਨੇਡਾ ਨੇ ਇਸ ਫੈਸਲੇ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੰਬਰ ਵਿੱਚ ਆਯੋਜਿਤ ਏਸ਼ੀਆ ਪੈਸੀਫਿਕ ਇਕਨੋਮਿਕ ਕਾਰਪੋਰੇਸ਼ਨ ਸੰਮੇਲਨ ਦੌਰਾਨ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਮਿਲੇ। ਗਲੋਬਲ ਅਫੇਅਰਸ ਕੈਨੇਡਾ ਮੁਤਾਬਕ ਦੋਵੇਂ ਦੇਸ਼ਾਂ ਨੇ ਉਸ ਵੇਲੇ ਰਿਸ਼ਤੇ ਬਹਾਲ ਕਰਨ ਸੰਬੰਧੀ ਗੱਲਬਾਤ ਕੀਤੀ ਸੀ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਸੰਬੰਧੀ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਾਊਦੀ ਅਰਬ ਵਾਸਤੇ ਕੈਨੇਡਾ ਦਾ ਨਵਾਂ ਸਫੀਰ ਨਿਯੁਕਤ ਕੀਤਾ ਗਿਆ। ਅਗਸਤ 2018 ਦੇ ਵਿੱਚ ਸਾਊਦੀ ਅਰਬ ਨੇ ਕੈਨੇਡਾ ਦੇ ਸਫੀਰ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਸਨ ਤੇ ਐਲਾਨ ਕੀਤਾ ਕਿ ਉਹ ਕੈਨੇਡਾ ਨਾਲ ਆਪਣੇ ਸਾਰੇ ਵਪਾਰਕ ਅਤੇ ਨਿਵੇਸ਼ ਸੰਬੰਧੀ ਲੈਣ ਦੇਣ ਨੂੰ ਰੋਕ ਰਿਹਾ ਹੈ। ਅਰਬ ਨੇ ਆਪਣੇ ਸਫੀਰ ਨੂੰ ਵਾਪਸ ਬੁਲਾ ਲਿਆ ਸੀ। ਦਰਅਸਲ ਕੈਨੇਡਾ ਵੱਲੋਂ ਸਾਊਦੀ ਅਰਬ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਆਲੋਚਨਾ ਕਰਨ ਦੇ ਬਦਲੇ ਦੀ ਕਾਰਵਾਈ ਵਜੋਂ ਸਾਊਦੀ ਅਰਬ ਨੇ ਇੱਕ ਕਦਮ ਚੁੱਕਿਆ ਸੀ। ਸਾਲ 2018 ਵਿੱਚ ਹੀ ਗਲੋਬਲ ਅਫੇਅਰਸ ਕੈਨੇਡਾ ਨੇ ਟਵੀਟ ਕਰਦਿਆਂ ਕੁਝ ਨਾਮਵਰ ਮਹਿਲਾ ਕਾਰਕੁਨਾਂ, ਜਿਸ ਵਿੱਚ ਸਮਰ ਵਦਾਵੀ ਵੀ ਸ਼ਾਮਲ ਸਨ, ਉਹਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ। ਅਕਤੂਬਰ 2018 ਵਿੱਚ ਅਮਰੀਕਾ ਆਧਾਰਿਤ ਪੱਤਰਕਾਰ ਦੀ ਮੌਤ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸੰਬੰਧ ਹੋਰ ਵੀ ਫਿੱਕੇ ਹੋਏ। ਖਾਮੋਸ਼ੀ ਵਾਸ਼ਿੰਗਟਨ ਪੋਸਟ ਵਿੱਚ ਆਪਣੀ ਸੰਪਾਦਕੀਆਂ ਵਿੱਚ ਪ੍ਰਿੰਸ ਸਲਮਾਨ ਦੀਆਂ ਨੀਤੀਆਂ ਦੀ ਖੁੱਲ੍ਹੀ ਆਲੋਚਨਾ ਕਰਦੇ ਸਨ। ਮਨੁੱਖੀ ਅਧਿਕਾਰਾਂ ਦੇ ਖਦਸ਼ਿਆਂ ਦੇ ਬਾਵਜੂਦ ਕੈਨੇਡਾ ਦੇ ਸਾਬਕਾ ਰਾਜਦੂਤ, ਜਿਨ੍ਹਾਂ ਨੂੰ ਸਾਲ 2018 ਵਿੱਚ ਸਾਊਦੀ ਅਰਬ ਚੋਂ ਕੱਢਿਆ ਗਿਆ, ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ ਦੀ ਗੱਲ ਹੈ ਕਿ ਅਰਬ ਨਾਲ ਰਿਸ਼ਤੇ ਬਹਾਲ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸਾਊਦੀ ਅਰਬ ਇੱਕ ਅਹਿਮ ਦੇਸ਼ ਹੈ ਜਿਸ ਨੂੰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਬਾਕਾਇਦਾ ਕੂਟਨੀਤਿਕ ਰਿਸ਼ਤੇ ਕੈਨੇਡਾ ਨੂੰ ਆਪਣੇ ਆਵਾਜ਼ ਸੀਨੀਅਰ ਪੱਧਰ ਤੇ ਪਹੁੰਚਦੀ ਕਰਨ ਵਿੱਚ ਮਦਦਗਾਰ ਸਾਬਿਤ ਹੋਣਗੇ ਤੇ ਸਾਊਦੀ ਅਰਬ ਵਿੱਚ ਉਹ ਬਹੁਤ ਮਾਇਨੇ ਰੱਖਦੇ ਹਨ। ਕੈਨੇਡਾ ਦੇ ਇੱਕ ਹਿੱਸੇ ਤੋਂ ਗੋਲੀਬਾਰੀ ਅਤੇ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਪੁਲਿਸ ਨੇ ਕਾਰਵਾਈ ਕੀਤੀ ਤੇ 5 ਸਸਪੈਕਟ ਬਾਰੇ ਉਹਨਾਂ ਵੱਲੋਂ ਦੱਸਿਆ ਗਿਆ। ਚਾਰजेस ਵੀ ਲਗਾਏ ਗਏ ਨੇ। ਜਿਹੜੇ ਸਸਪੈਕਟ ਹਨ ਉਹਨਾਂ ਦੀ ਵੀ ਪਹਿਚਾਣ ਜਨਤਕ ਕੀਤੀ ਗਈ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿਡਨੈਪਿੰਗ ਅਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਸੰਬੰਧ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਤੇ ਉਹਨਾਂ ਵੱਲੋਂ 5 ਜਣਿਆਂ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਵਾਗਨ ਦੀ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਯਾਰਕ ਰੀਜਨਲ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਮਾਮਲਾ 12 ਅਪ੍ਰੈਲ ਵਾਲੇ ਦਿਨ ਸਾਹਮਣੇ ਆਇਆ ਸੀ, ਜੋ ਕਿ ਐਲਿੰਗਸਟਨ ਐਵਨਿਊ ਦੇ ਨੇੜਿਓਂ ਸਾਹਮਣੇ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ। ਜਦੋਂ ਆਫੀਸਰਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ 2 ਵਿਅਕਤੀਆਂ ਦੇ ਉੱਪਰ ਗੋਲੀ ਦੇ ਨਾਲ ਹਮਲਾ ਕੀਤਾ ਗਿਆ। ਤੀਸਰੇ ਵਿਅਕਤੀ ਦੇ ਉੱਪਰ ਹਮਲਾ ਕੀਤੇ ਜਾਣ ਦੀ ਖਬਰ ਜਨਤਕ ਕੀਤੀ ਗਈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਪੀੜਤਾ ਨੂੰ ਹਸਪਤਾਲ ਦੇ ਵਿੱਚ ਇਲਾਜ ਵਾਸਤੇ ਭਰਤੀ ਕਰਵਾਇਆ।
ਸਸਪੈਕਟ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਘਟਨਾ ਦੇ ਨਾਲ ਕਈ ਸਸਪੈਕਟ ਜੁੜੇ ਹੋਏ ਸਨ। 4 ਸਸਪੈਕਟਸ ਦੀ ਪੁਲਿਸ ਵੱਲੋਂ ਪਹਿਚਾਣ ਵੀ ਜਨਤਕ ਕੀਤੀ ਗਈ, ਜਿਨ੍ਹਾਂ ਵਿੱਚ ਇੱਕ 19 ਸਾਲਾ ਸ਼ਰੀਕੀ, 23 ਸਾਲਾ ਮੁਹੰਮਦ ਅਲੀ, 20 ਸਾਲਾ ਅਹਿਮਦ, 17 ਸਾਲਾ ਟੋਰਾਂਟੋ ਦਾ ਨੌਜਵਾਨ ਸ਼ਾਮਿਲ ਦੱਸਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਦੇ ਉੱਪਰ ਕਾਰਵਾਈ ਕਰਦਿਆਂ ਚਾਰਜਸ ਲਗਾਏ ਗਏ। ਫਿਲਹਾਲ ਇਸ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਇਸ ਘਟਨਾ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 186687654223 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਅਲਬਰਟਾ ਤੋਂ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਐਨਡੀਪੀ ਲੀਡਰ ਕੁਝ ਖਾਸ ਗੱਲਾਂ ਦੇ ਬਾਰੇ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ। ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ। ਅਲਬਰਟਾ ਐਨਡੀਪੀ ਲੀਡਰ ਕੁਝ ਖਾਸ ਮੁੱਦੇ ਦੇ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਕੈਲਗਰੀ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। In the justice system for. She broke the law in order to get Artur Pawlowski's charges dropped. Artur is a man convicted of mischief around his efforts, in part, to incite violence against the police. Danielle Smith has actually given him a platform. And this is only the beginning. If Danielle Smith is elected premier, this is what the next 4 years is going to look like. Enough is enough. It is exhausting. There is, however, one way to put a stop to all of this, and that is by electing a new Alberta NDP government on Monday. Let's get back to focusing on what should matter, like healthcare. Today, 190 emergency room physicians wrote a letter raising the alarm that emergency care here in Calgary is in crisis. The system, they say, is collapsing around these frontline physicians. They specifically point to decisions that were taken by this UCP government over the last 4 years as a critical part of the cause. And they contradict what we've heard from Danielle Smith, who claims she's fixed it all. Albertans, you deserve a government that will work tirelessly to deliver better health care for you and for your loved ones. And that will also focus on your priorities. Polls are open. Your vote matters. You can go and you can vote for a better future right now. So thank you, and I'm happy to take any questions folks might have. ਚੈਟ ਜੀਪੀਟੀ ਦੇ ਨਾਲ ਜੁੜੀ ਹੋਈ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਹੁਣ ਸੁਰੱਖਿਆ ਨੂੰ ਲੈ ਕੇ ਜਾਂਚ ਕੀਤੀ ਜਾਵੇਗੀ। 5 ਸੂਬਿਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਦੇ ਵਿੱਚ ਹਿੱਸਾ ਲਿਆ ਜਾਵੇਗਾ। ਇਸ ਦੇ ਨਾਲ ਹੋਰ ਕੀ ਜੁੜੀ ਹੋਈ ਅਪਡੇਟ ਸਾਹਮਣੇ ਆਈ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਨੇਡੀਅਨ ਅਧਿਕਾਰੀਆਂ ਵੱਲੋਂ ਚੈਟ ਜੀਪੀਟੀ ਦੁਆਰਾ ਨਿੱਜੀ ਜਾਣਕਾਰੀ ਦੀ ਵਰਤੋਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 4 ਪ੍ਰੋਵਿੰਸਸ ਦੇ ਅਧਿਕਾਰੀ ਜਾਂਚ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ। ਜੀ ਹਾਂ, ਕੈਨੇਡੀਅਨ ਫੈਡਰਲ ਅਤੇ ਪ੍ਰੋਵਿੰਸ਼ੀਅਲ ਅਧਿਕਾਰੀਆਂ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਚੈਟਬੋਟ ਚੈਟ ਜੀਪੀਟੀ ਵੱਲੋਂ ਨਿੱਜੀ ਜਾਣਕਾਰੀ ਸਾਂਝੀ ਕਰਨ ਬਾਰੇ ਜਾਂਚ ਸ਼ੁਰੂ ਕੀਤੀ ਗਈ ਹੈ। ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਦੇ ਸੂਬਾਈ ਅਧਿਕਾਰੀ ਅਪ੍ਰੈਲ ਵਿੱਚ ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਦੇ ਦਫ਼ਤਰ ਦੁਆਰਾ ਸ਼ੁਰੂ ਕੀਤੀ ਗਈ ਜਾਂਚ ਵਿੱਚ ਸ਼ਾਮਲ ਹੋਏ ਹਨ, ਕਿਉਂਕਿ ਇਹ ਮੁੱਦਾ ਦੇਸ਼ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਆਪਕ ਸਕੋਪ, ਪ੍ਰਭਾਵ ਅਤੇ ਸਾਰੇ ਕੈਨੇਡੀਅਨਸ ਵਾਸਤੇ ਇਸ ਦੀ ਪ੍ਰਸੰਗਤਾ ਨੂੰ ਦੇਖਦੇ ਹੋਏ 4 ਦਫ਼ਤਰਾਂ ਨੇ ਸਾਂਝੇ ਤੌਰ ਤੇ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਇੱਕ ਸ਼ਿਕਾਇਤ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਓਪਨ AI ਕੰਪਨੀ ਨੇ ਬਿਨਾਂ ਸਹਿਮਤੀ ਦੇ ਨਿੱਜੀ ਜਾਣਕਾਰੀ ਇਕੱਠੀ ਕਰਨ ਤੇ ਇਸ ਦੀ ਵਰਤੋਂ ਦੇ ਖੁਲਾਸੇ ਕੀਤੇ ਹਨ। ਹੁਣ ਇਹ ਜਾਂਚ ਹੋਵੇਗੀ ਕਿ ਓਪਨ AI ਨੂੰ ਕੈਨੇਡਾ ਵਿੱਚ ਸਥਿਤ ਚੈਟ ਜੀਪੀਟੀ ਉਪਭੋਗਤਾਵਾਂ ਤੋਂ ਵੈਧ ਅਤੇ ਅਰਥਪੂਰਨ ਜਾਣਕਾਰੀ ਸ਼ੇਅਰਿੰਗ ਸਹਿਮਤੀ ਮਿਲੀ ਹੈ। ਇਹ ਵੀ ਜਾਂਚ ਹੋਵੇਗੀ ਕਿ ਕੰਪਨੀ ਨੇ ਜਾਣਕਾਰੀ ਦੀ ਵਰਤੋਂ ਗੈਰ ਵਾਜਬ ਜਾਂ ਫਿਰ ਨਾਜਾਇਜ਼ ਕਰਨ ਦੀ ਵੀ ਗੱਲ ਕੀਤੀ ਹੈ। ਅਮਰੀਕਾ ਤੋਂ ਕੌਣ ਡਿਪੋਰਟ ਹੋਏਗਾ, ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ। ਪ੍ਰਿੰਸ ਹੈਰੀ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਵੀ ਦੱਸਿਆ ਗਿਆ। ਅਮਰੀਕਾ ਤੋਂ ਪ੍ਰਿੰਸ ਹੈਰੀ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਚਰਚਾ ਹੋ ਰਹੀ ਹੈ ਕਿ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਜੀ ਹਾਂ, ਇਮੀਗ੍ਰੇਸ਼ਨ ਦਾ ਲਾਅ ਤੋੜਨ ਦੇ ਕਾਰਨ ਪ੍ਰਿੰਸ ਹੈਰੀ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਕ ਲਾਇਰ ਵੱਲੋਂ ਇਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ। ਇਸ ਲਾਇਰ ਨੂੰ ਸਵਾਲ ਪੁੱਛਿਆ ਗਿਆ ਸੀ ਕਿ
ਪ੍ਰਿੰਸ ਤੇ ਉਹਨਾਂ ਦੀ ਪਤਨੀ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਤਾਂ ਇਸ ਦਾ ਜਵਾਬ ਉਹਨਾਂ ਵੱਲੋਂ ਦਿੱਤਾ ਗਿਆ। ਲਾਇਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਕੋਈ ਖਾਸ ਜਾਣਕਾਰੀ ਨਹੀਂ ਹੈ ਜਿਸ ਦੇ ਨਾਲ ਇਹ ਦਾਅਵਾ ਕੀਤਾ ਜਾ ਸਕੇ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਹੈ, ਪਰ ਉਹਨਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਹੋ ਸਕਦਾ ਹੈ। ਇਸ ਮੁੱਦੇ ਦੇ ਉੱਪਰ ਹੈਰੀਟੇਜ ਫਾਊਂਡੇਸ਼ਨ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ US ਸਰਕਾਰ ਜਲਦ ਹੀ ਪ੍ਰਿੰਸ ਹੈਰੀ ਦਾ ਪੇਪਰ ਵਰਕ ਦੇਣਗੇ ਤਾਂ ਕਿ ਪਤਾ ਲੱਗ ਸਕੇ ਕਿ ਉਹਨਾਂ ਵੱਲੋਂ ਕਿਸੇ ਤਰੀਕੇ ਦਾ ਕੋਈ ਨਸ਼ਾ ਤਾਂ ਨਹੀਂ ਲਿਆ ਜਾ ਰਿਹਾ। ਦੱਸੀਏ ਕਿ ਪਿਛਲੇ ਦਿਨੀ ਇਹ ਵੀ ਇੱਕ ਰਿਪੋਰਟ ਸਾਹਮਣੇ ਆਈ ਸੀ ਜਿੱਥੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਮੈਰੀਜੁਆਨਾ, ਮੈਜਿਕ ਮਸ਼ਰੂਮ ਅਤੇ ਹੋਰ ਵੀ ਕਈ ਨਸ਼ਿਆਂ ਦਾ ਸੇਵਨ ਕੀਤਾ ਗਿਆ। ਇਸ ਤੋਂ ਪਹਿਲਾਂ ਹੈਰੀਟੇਜ ਫਾਊਂਡੇਸ਼ਨ ਵੱਲੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਖਿਲਾਫ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਕਿ ਪ੍ਰਿੰਸ ਦੀ ਵੀਜ਼ਾ ਐਪਲੀਕੇਸ਼ਨ ਉਹਨਾਂ ਨੂੰ ਦਿੱਤੀ ਜਾਵੇ। ਟੈਕਸ ਰਿਲੀਫ ਬਿੱਲ ਦੇ ਬਾਰੇ ਚਰਚਾ ਹੋਈ ਹੈ ਜਿੱਥੇ ਸਦਨ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਸੈਨੇਟਰਸ ਵੱਲੋਂ ਆਪਣਾ ਪੱਖ ਰੱਖਿਆ ਗਿਆ। ਉਹਨਾਂ ਵੱਲੋਂ ਇਸ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਟੈਕਸ ਰਿਲੀਫ ਬਿੱਲ ਦੇ ਬਾਰੇ ਖਾਸ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਅਧਿਕਾਰੀਆਂ ਵੱਲੋਂ ਇਸ ਨੂੰ ਲੈ ਕੇ ਆਪਣਾ ਪੱਖ ਰੱਖਿਆ ਗਿਆ। ਗਵਰਨਰ ਰੌਨ ਇਸ ਮੁੱਦੇ ਦੇ ਉੱਪਰ ਬੋਲੇ ਨੇ ਜਿੱਥੇ ਉਹਨਾਂ ਵੱਲੋਂ $2.7 ਬਿਲੀਅਨ ਦੀ ਜਾਣਕਾਰੀ ਸਾਂਝੀ ਕੀਤੀ ਹੈ। Hello, I'm Governor Ron DeSantis. For the last several years, we've seen disastrous policies pour out of Washington, D.C. These policies have hurt our economy and created negative headwinds for Americans and small businesses everywhere. But during this same time, Florida's economy has remained strong. In April, Florida's unemployment rate remained at a near record low of 2.6%. That's the lowest unemployment rate among the top 10 largest states in our entire country. The free state of Florida has also seen record tourism. In the first quarter of 2023, Florida welcomed 37.9 million total visitors. That's the largest number of visitors ever recorded for a single quarter. Now, Florida's booming economic success has led to record revenues, and those revenues have now allowed us to pass along tax savings to Florida families during a time of high inflation and rising prices. In February, I proposed the largest tax relief package in Florida's history, and I'm happy to deliver on that promise today. I am announcing that I will sign $2.7 billion in tax relief, the largest tax relief package in Florida's history. This tax relief package will include permanent sales tax exemptions on all baby and toddler items, including diapers and children's clothing. That will save Florida families an estimated $159 million. It includes 2 disaster preparedness sales tax holidays, which will save Florida families around $144 million. It also includes 2 back-to-school sales tax holidays, saving Florida families with school-age children an estimated $161 million. We also have a Freedom Summer sales tax holiday on family recreational items. It should leave $230 million in the hands of Florida taxpayers. We even included a year-long sales tax exemption on gas stoves because, yes, they are trying to come for your gas stoves, and we're going to make sure you can use what you want. These sales tax exemptions build on the toll relief program that began in January and is expected to save Florida families a total of $500 million. All in, this family-focused tax relief package could save a family of 4 as much as $1,000 per year, and commuters can save hundreds of dollars on top of that. I want to thank the legislature for passing these important savings and helping Florida families. Stronger families make for a stronger Florida. Thank you very much and God bless. ਡਿਫਾਲਟ ਕ੍ਰਾਈਸਿਸ ਦੇ ਉੱਪਰ ਵਿਚਾਰ ਹੋਇਆ ਹੈ ਤੇ ਗਵਰਨਰ ਇਸ ਦੇ ਉੱਪਰ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਗਵਰਨਰ ਨੇ ਇਸ ਮੁੱਦੇ ਨੂੰ ਲੈ ਕੇ ਕੀ ਕੁਝ ਕਿਹਾ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਡਿਫਾਲਟ ਕ੍ਰਾਈਸਿਸ ਦਾ ਜ਼ਿਕਰ ਹੋਇਆ ਹੈ ਤੇ ਸੈਸ਼ਨ ਦੇ ਵਿੱਚ ਇਸ ਸੰਬੰਧੀ ਮੰਗ ਵੀ ਕੀਤੀ ਗਈ ਹੈ। ਜੈਫਰੀਜ਼ ਇਸ ਮੁੱਦੇ ਦੇ ਉੱਪਰ ਬੋਲਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ। It's my honor to be joined by a distinguished group of members of Congress and a distinguished group of individuals who served our country in extraordinary ways in the military, sacrificed themselves for the greater good, put their lives at risk, served with other fellow Americans, and then came back home to serve the country in the United States House of Representatives. We're thankful for the work that they have done and continue to do for this country, for our democracy, and certainly for veterans who are now at risk because of the extreme MAGA Republican behavior with respect to this
manufactured MAGA default crisis. Now, America should always pay our bills and keep the promises that we've made to Social Security recipients, to women, to children, to families, and certainly to our veterans. But Republicans are driving us down a dangerous road of default, or have presented the American people with another unacceptable choice, which is devastating cuts to children, devastating cuts to Medicaid, devastating cuts to nutrition, devastating cuts to education, devastating cuts to public safety, and devastating cuts to our veterans. That is unacceptable, unconscionable, and un-American. And we're going to continue to fight against it. And I'm thankful that leading this fight ਅਮਰੀਕਾ ਵਿੱਚ ਦੀਵਾਲੀ ਦੀ ਆਫੀਸ਼ੀਅਲ ਛੁੱਟੀ ਹੋਏਗੀ। ਨਿਊਯਾਰਕ ਵੱਲੋਂ ਇੱਕ ਅਜਿਹਾ ਪ੍ਰਸਤਾਵ ਲਿਆਂਦਾ ਗਿਆ ਜਿੱਥੇ ਹੁਣ ਅਜਿਹਾ ਹੋ ਸਕਦਾ ਹੈ ਕਿ ਸੂਬੇ ਵਿੱਚ ਦੀਵਾਲੀ ਦੇ ਮੌਕੇ ਆਫੀਸ਼ੀਅਲ ਛੁੱਟੀ ਹੋਵੇ। ਅਜਿਹਾ ਕਰਨ ਵਾਲਾ ਨਿਊਯਾਰਕ ਪਹਿਲਾ ਅਮਰੀਕਾ ਦਾ ਸੂਬਾ ਬਣ ਗਿਆ ਹੈ। ਦੀਵਾਲੀ ਦੇ ਮੌਕੇ ਤੇ ਅਮਰੀਕਾ ਦੇ ਇੱਕ ਸੂਬੇ ਵੱਲੋਂ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। ਅਸੈਂਬਲੀ ਦੇ ਵਿੱਚ ਇਸ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ। ਜੀ ਹਾਂ, ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਦੀਵਾਲੀ ਤੇ ਸਰਕਾਰੀ ਛੁੱਟੀ ਮਿਲ ਸਕਦੀ ਹੈ। ਇਹ ਪਹਿਲ ਨਿਊਯਾਰਕ ਵਿੱਚ ਹੋਈ ਹੈ, ਜਿੱਥੇ ਇਸ ਸੰਬੰਧੀ ਨਿਊਯਾਰਕ ਅਸੈਂਬਲੀ ਦੇ ਵਿੱਚ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਦੀਵਾਲੀ ਤੇ ਛੁੱਟੀ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ। ਦੀਵਾਲੀ ਦੇ ਨਾਲ-ਨਾਲ ਇਸ ਪ੍ਰਸਤਾਵ ਦੇ ਵਿੱਚ ਨਿਊਯਾਰਕ ਵਿੱਚ ਲੂਨਰ ਨਿਊ ਈਅਰ ਦੇ ਮੌਕੇ ਦੇ ਉੱਪਰ ਛੁੱਟੀ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਨਿਊਯਾਰਕ ਅਸੈਂਬਲੀ ਦੇ ਸਪੀਕਰ ਇੱਕ ਬਿਆਨ ਜਾਰੀ ਕਰਦੇ ਹੋਏ ਦੱਸ ਰਹੇ ਸਨ ਕਿ ਇਹ ਨਿਊਯਾਰਕ ਦੇ ਅਮੀਰ ਅਤੇ ਵਿਭਿੰਨਤਾ ਵਾਲੇ ਸੱਭਿਆਚਾਰ ਨੂੰ ਮਾਨਤਾ ਦੇਣ ਵਾਸਤੇ ਕਦਮ ਚੁੱਕਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਪ੍ਰਸਤਾਵ ਨੂੰ ਵਿਧਾਨ ਸਭਾ ਸੈਸ਼ਨ ਦੇ ਖਤਮ ਹੋਣ ਤੋਂ ਪਹਿਲਾਂ ਲੂਨਰ ਨਿਊ ਈਅਰ ਅਤੇ ਦੀਵਾਲੀ ਦੀ ਛੁੱਟੀ ਦੇਣ ਵਾਸਤੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਨਿਊਯਾਰਕ ਅਸੈਂਬਲੀ ਦਾ ਸੈਸ਼ਨ 8 ਜੂਨ ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਅੰਤ ਤੱਕ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਨਿਊਯਾਰਕ ਅਸੈਂਬਲੀ ਮੈਂਬਰ ਵੱਲੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਭਾਰਤੀਆਂ ਨੂੰ ਛੇਤੀ ਮਿਲੇਗਾ ਅਮਰੀਕਾ ਦਾ ਵੀਜ਼ੇ ਵਿੱਚ ਤੇਜ਼ੀ ਨੂੰ ਲੈ ਕੇ ਆਉਣ ਦੀ ਆਈ ਜਾਣਕਾਰੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇੱਕ ਵਾਰ ਫਿਰ ਤੋਂ ਉੱਠੇ ਸਵਾਲ, ਵਿਰੋਧੀ ਲੀਡਰ ਦਾ ਆਇਆ ਇਸ ਨੂੰ ਲੈ ਕੇ ਬਿਆਨ। ਨਿੱਜੀ ਜਾਣਕਾਰੀ ਦੀ ਵਰਤੋਂ ਦੀ ਜਾਂਚ ਸ਼ੁਰੂ, ਚੈਟ GPT ਬਾਰੇ ਆਈ ਜਾਣਕਾਰੀ। ਕੈਨੇਡਾ ਵਾਲਿਆਂ ਦੇ ਸਿਰ ਵੱਧ ਕਰਜ਼ਾ, ਆਰਥਿਕਤਾ ਨੂੰ ਲੈ ਕੇ ਹੋ ਸਕਦਾ ਹੈ ਖਤਰਾ। ਕੈਨੇਡਾ ਤੇ ਸਾਊਦੀ ਅਰਬ ਹੋਏ ਰਾਜ਼ੀ, ਹੁਣ ਰਿਸ਼ਤੇ ਹੋਣਗੇ ਬਿਹਤਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।